अस्सलाम वालेकुम। वालेकुम सलाम जी। भाईजान की हाल है ਤੁਹਾਡਾ? अल्लाह ਦਾ ਕਰਮ ਹੈ ਜੀ, ਦੁਆਵਾਂ ਨੇ। ਕੀ ਨਾਂ ਹੈ ਮੇਰੇ ਸੋਹਣੇ ਵੀਰ ਦਾ? ਮੇਰਾ ਨਾਂ ਜੀ ਮੁਹੰਮਦ ਸਲੀਮ ਹੈ, ਵੈਸੇ ਪਿੰਡ ਦੇ ਹਕੀਮ ਸਾਹਿਬ ਕਰਕੇ ਬੁਲਾਉਂਦੇ ਨੇ। ਤੇ ਮਾਸ਼ਾਅੱਲਾ। ਅੱਛਾ ਹਕੀਮ ਸਾਹਿਬ, ਕਿੰਨੀ ਦੇਰ ਹੋ ਗਈ ਤੁਹਾਨੂੰ ਡੰਗਰਾਂ ਦਾ ਕੰਮ 'ਚ ਵੜੇ ਆ, ਡੰਗਰਾਂ ਦਾ ਕੰਮ ਕਰਦੇ ਆ? ਮੈਨੂੰ ਤਕਰੀਬਨ 35-36 ਸਾਲ ਹੋ ਗਏ ਨੇ। ਕੀ ਤੁਸੀਂ ਸਿੱਖਿਆ ਮੱਝਾਂ ਦੇ ਕੰਮਾਂ 'ਚੋਂ? ਉਹ ਸਿੱਖਿਆ ਇਹੋ ਜਿਹਾ ਜੀ, ਮੱਝਾਂ ਜਿਹੜੀਆਂ ਤਜਰਬਾ ਹੁੰਦਾ ਜ਼ਿੰਦਗੀ ਦਾ। ਇਹ 35-36 ਸਾਲਾਂ ਦੇ ਵਿੱਚ, ਉਂਝ ਤਾਂ ਮੇਰੀ 50 ਸਾਲ ਉਮਰ ਹੈ ਜੀ। ਤੇ ਤਕਰੀਬਨ ਮੈਂ ਜਿਹੜਾ ਨਾ ਮੱਝਾਂ ਦੋ ਤਿੰਨ ਉਦੋਂ ਮੇਰੀਆਂ ਤਰੂਈਆਂ ਨੇ, ਤਰੂਈਆਂ ਦੇ ਮਾਮਲੇ ਦੇ ਵਿੱਚ ਜਿਹੜਾ ਨਾ ਉਹ ਮੈਂ ਇੱਕ ਉਸਤਾਦ ਫੜਿਆ ਸੀ। ਅੱਛਾ। ਉਹਨੇ ਮੈਨੂੰ ਕਿਹਾ ਕਿ ਯਾਰ ਇਹ ਮਸਾਲੇ ਦੇਣੇ ਨੇ, ਠੀਕਰੀਨ ਸਾਜਰ, ਕਲਮੀ ਸ਼ੋਰਾ, ਜੌਂਖਰ ਤੇ ਪਨੀਰ ਡੋਡੀ। ਠੀਕ ਹੈ। ਇਹ ਚੀਜ਼ਾਂ ਮਿਲਾ ਕੇ ਤੇ ਉਹਨਾਂ ਨੂੰ ਦਵੋ ਡੰਗਰਾਂ ਨੂੰ। ਤੇ ਕਦੀ ਵੀ ਨਾਲ ਵਿੱਚ ਮਲੱਠੀ ਤੇ ਉਹ ਪਾ ਲੈਣੀ ਹੈ ਆਮਲਾ ਤੇ ਕਰੀੜ। ਠੀਕ ਹੈ। ਇਹਨਾਂ ਚੀਜ਼ਾਂ ਨੂੰ ਪਾ ਕੇ ਤੇ ਤੂੰ ਇਹ ਦਿਆ ਕਰ ਪਹਿਲੇ ਡੰਗਰਾਂ ਨੂੰ। ਤੇ ਇੱਕ ਦੇ ਡੰਗਰ ਠੰਡੇ ਰਹਿੰਦੇ, ਤਕੜੇ ਰਹਿੰਦੇ, ਦੂਸਰਾ ਡੰਗਰ ਤਰੂਏ ਰਹਿੰਦੇ। ਇਹ ਜਿਹੜਾ ਤੁਸੀਂ ਨੁਸਖਾ ਦੱਸਿਆ, ਇਹ ਦੁਬਾਰਾ ਫਿਰ ਸਾਰੀਆਂ ਚੀਜ਼ਾਂ ਦੱਸਿਓ, ਉਹਨਾਂ ਦੀ ਮਿਕਦਾਰ ਦੱਸਿਓ ਕਿੰਨੀ ਕਿੰਨੀ ਪਾਣੀ ਹੈ। ਸਹੀ ਹੈ। ਇਹਦੇ ਜਨਾਬ ਤਕਰੀਬਨ ਮੈਂ ਤੇ 1 ਕਿਲੋ ਇਕੱਠਾ ਹੀ ਲੈਣਾ ਸਾਰਿਆਂ ਡੰਗਰਾਂ ਲਈ। ਪਨੀਰ ਡੋਡੀ, ਠੀਕ ਹੈ, ਉਹਦੇ 'ਚ ਪਾ ਇੱਕ ਠੀਕਰੀਨ ਸਾਜਰ, ਠੀਕ ਹੈ, ਅੱਧ ਪਾ ਕਲਮੀ ਸ਼ੋਰਾ, ਅੱਧ ਪਾਈ ਆਪਣੇ ਜੌਂਖਰ। ਸਹੀ ਹੈ। ਇਹਨਾਂ ਚੀਜ਼ਾਂ ਨੂੰ ਮੈਂ ਮਿਲਾ ਕੇ ਤੇ ਵਿੱਚ ਥੋੜਾ ਨਮਕ ਪਾ ਲਈਦਾ ਕਿ ਡੰਗਰ ਦਾ ਜਿਹੜਾ ਮੂੰਹ ਵੀ ਕਰਾਰਾ ਹੋ ਜਾਂਦਾ, ਡੰਗਰ ਪੱਠੇ ਜਰਾ ਸਹੀ ਖਾ ਲੈਂਦਾ। ਸਹੀ ਹੋ ਗਿਆ। ਜਦੋਂ ਡੰਗਰ ਨੂੰ ਪੱਠਿਆਂ ਤੋਂ ਪਿੱਛੇ ਹਟਾਓ ਉਦੋਂ ਇਹ ਚੀਜ਼ਾਂ ਦਵੋ ਤੇ ਉਹਦੇ 'ਚ ਫਿਰ ਡੰਗਰ ਤਕੜਾ ਰਹਿੰਦਾ। ਅੱਛਾ ਅੱਛਾ। ਇੱਕ ਤਾਂ ਤੁਹਾਨੂੰ ਦੱਸਿਆ ਨੁਸਖਾ, ਤੇ ਇਹ ਕਦੋਂ ਦੇਣਾ ਹੈ? ਜਾਨਵਰਾਂ ਨੂੰ ਪੱਠੇ ਪਾਉਣ ਤੋਂ ਪਹਿਲੇ ਦੇਣਾ ਜਾਂ ਬਾਅਦ 'ਚ? ਬਾਅਦ 'ਚ ਦੇਣਾ, ਜਦੋਂ ਉਹਨਾਂ ਨੂੰ ਪਿੱਛੇ ਬੰਨਣਾ। ਤੇ ਇਹਨੂੰ ਪੀ ਕੇ ਜਾਂ ਉਹਨੂੰ ਦਾਦੜ ਜਿਹਾ ਕਰਕੇ ਕਿਸ ਤਰ੍ਹਾਂ ਦੇਣਾ? ਹਾਂ, ਪੀ ਲਓ ਜਿੰਨਾ ਤੇ ਉਹ ਜ਼ਰਾ ਸਹੀ ਰਹਿੰਦਾ। ਅੱਛਾ। ਉਂਝ ਦਾਦੜ ਵੀ ਦੇ ਲਓ ਤਾਂ ਕੋਈ ਗੱਲ ਨਹੀਂ, ਉਂਝ ਪੀਸਾ ਜਿੰਨਾ ਹੋਏ। ਮੈਂ ਤੇ ਉਹ ਪਹਿਲੇ ਤਾਂ ਮੈਂ ਪੀਂਦਾ ਰਿਹਾ, ਤੇ ਹੁਣ ਉਹ ਗ੍ਰਾਈਂਡਰ ਮਸ਼ੀਨਾਂ ਨਿਕਲੀਆਂ ਨੇ, ਉਹਨਾਂ ਨੂੰ ਕਹੀਦਾ ਯਾਰ ਗ੍ਰਾਈਂਡਰ ਕਰ ਦੇ, ਤੇ ਉਹ ਗ੍ਰਾਈਂਡਰ ਕਰ ਦਿੰਦੇ ਨੇ ਉਸੇ। ਜ਼ਬਰਦਸਤ। ਉਹ ਇਹ ਸਾਰੀ ਚੀਜ਼ਾਂ ਪੰਸਾਰੀ ਕੋਲ ਆਰਾਮ ਨਾਲ ਮਿਲ ਜਾਂਦੀਆਂ? ਮਿਲ ਜਾਂਦੀਆਂ। ਇਹ ਚੀਜ਼ਾਂ ਦੇਣ ਦਾ ਇੱਕ ਤੇ ਤੁਹਾਨੂੰ ਦੱਸਿਆ ਕਿ ਮੱਝ ਠੰਡੀ ਰਹਿੰਦੀ ਹੈ, ਪੱਠੇ ਬਹੁਤਾ ਖਾਂਦੀ ਹੈ, ਹੋਰ ਇਹਦਾ ਕੀ ਫਾਇਦਾ? ਉਹਦਾ ਇਹ ਕਿ ਤੰਦਰੁਸਤ ਵੀ ਰਹਿੰਦੀ ਹੈ, ਮੱਖੀ ਮੱਛਰ ਵੀ ਨਹੀਂ ਲੜਦਾ। ਅੱਛਾ। ਇਹ ਜਿਹੜੀ ਪਨੀਰ ਡੋਡੀ ਬਹੁਤ ਜ਼ਿਆਦਾ ਕੌੜੀ ਜੇ, ਕੌੜੀ ਚੀਜ਼ ਜਿਹੜੀ ਇਹਨਾਂ ਦੇ ਡੰਗਰ ਨੂੰ ਦਈਏ ਇਹਨਾਂ ਤੇ ਉਹਦੇ 'ਚ ਮੱਖੀ ਮੱਛਰ ਵੀ ਲੜਦਾ। ਅੱਛਾ। ਤੇ ਮੱਝ ਤਰੁੰਦੀ ਵੀ ਨਹੀਂ? ਮੱਝ ਤਰੁੰਦੀ ਵੀ ਨਹੀਂ। ਸਹੀ ਹੋ ਗਿਆ। ਤੇ ਉਹ ਬਾਕੀ ਕਈ ਹੁੰਦੀਆਂ ਨੇ ਵਜ੍ਹਾ ਜਿਸ ਨੂੰ ਮੱਝ ਤਰੁੰਦੀ ਹੈ। ਕੋਈ ਇਹ ਮੱਝਾਂ ਗਰਮ ਹੋਣ ਤੇ ਇਹ ਚੀਜ਼ ਦੇਣੀ ਚਾਹੀਦੀ। ਉਂਝ ਮੱਝ ਨੂੰ ਬਾਈਬਾਦੀ ਹੋਏ ਤੇ ਉਹ ਉਹਨੂੰ ਦਵੋ ਕਿਸੇ ਮੌਸਮ 'ਚ ਵੀ, ਉਹ ਜਿਹੜਾ ਨਾ ਆਪਣੇ ਮਿੱਠਾ ਤੇਲ। ਅੱਛਾ। ਉਹ ਬਿਹਤਰ ਰਹਿੰਦਾ। ਅੱਛਾ। ਬਾਈਬਾਦੀ ਹੋਏ ਤੇ ਫਿਰ? ਹਾਂਜੀ। ਤੇ ਉਹ ਅੰਦਰੋਂ ਡੰਗਰ ਨੂੰ ਥਿੰਦਾ ਵੀ ਰੱਖਦਾ ਹੁੰਦਾ। ਉਹ ਸਾਰੇ ਲੋਕ ਕਹਿੰਦੇ ਨੇ ਜੀ ਇਹ ਗਰਮ ਹੁੰਦਾ, ਬਾਕੀ ਸੂਣ ਵਾਲੀ ਮੱਝ ਨੂੰ ਗਰਮ ਨਹੀਂ ਉਹ ਲੱਗਦਾ। ਠੀਕ ਹੋ ਗਿਆ। ਅੱਛਾ ਹਕੀਮ ਸਾਹਿਬ, ਤੁਹਾਡੇ ਕੋਲ ਇੱਕ ਬੜਾ ਅਹਿਮ ਸਵਾਲ ਪੁੱਛਾਂਗੇ। ਜਿਸ ਤਰ੍ਹਾਂ ਮਰਦਾਂ ਨੂੰ ਜਰਿਆਨ ਹੁੰਦਾ ਹੈ ਔਰ ਬੁੱਢੀਆਂ ਨੂੰ ਲਿਕੋਰੀਆ ਕਹਿੰਦੇ ਨੇ, ਇਸ ਤਰ੍ਹਾਂ ਮੱਝਾਂ ਦੀ ਵੀ ਰਤੂਬਤ ਵਗਦੀ ਰਹਿੰਦੀ ਹੈ। ਉਹ ਸਫੇਦ ਜਿਹਾ ਇੱਕ ਮਾਦਾ ਜਿਹਾ ਵਗਦਾ ਰਹਿੰਦਾ, ਉਹ ਕੀ ਚੀਜ਼ ਹੈ? ਉਹਨੂੰ ਕੀ ਆਂਦੇ ਨੇ ਔਰ ਉਹਦਾ ਇਲਾਜ ਕੀ ਹੈ? ਉਹਨੂੰ ਜਨਾਬ ਆਪਣੇ ਪਿੱਛੇ ਚੌਲਾਂ ਦੀ ਲਾ ਕੇ ਜੀ, ਤੇ ਉਹ ਦਵੋ ਉਸਦੇ ਵਾਸਤੇ ਬਹੁਤ ਬਿਹਤਰ ਹੈ। ਉਹਦਾ ਨਾਂ ਵੀ ਤੁਸੀਂ ਦੱਸਦੇ ਹੁੰਦੇ ਹੋ, ਕੀ ਉਹਦਾ ਨਾਂ ਦੱਸਿਓ? ਉਹਦਾ ਨਾਂ ਜਨਾਬ ਆਪਣੇ ਉਹ ਆਂਦੇ ਨੇ ਕਿ ਪੌਣ ਮਾਰਦੀ ਹੈ। ਪੌਣ ਮਾਰਦੀ ਹੈ, ਠੀਕ ਹੈ। ਤੇ ਇਹ ਨਹੀਂ ਪੌਣ ਹੈ ਵੀ ਕਿ ਅਕਸਰ ਲੋਕ ਸਾਨੂੰ ਪੁੱਛਦੇ ਨੇ ਕਿ ਸਾਡੇ ਮੱਝ ਜਿਹੜੀ ਹੈ ਜਾਂ ਗਾਈ ਹੈ ਜਾਂ ਬੱਕਰੀ ਹੈ, ਉਹਦੇ ਪਿੱਛੇ ਚੋਂ ਪੌਣ ਨਿਕਲਦੀ ਵੀ, ਸਫੇਦ ਮਾਦਾ ਨਿਕਲਦਾ ਪਿਆ, ਤੇ ਪਿੱਛ ਜਿਹੜੀ ਹੈ ਉਹ ਕਿਸ ਤਰ੍ਹਾਂ ਦੇਣੀ ਹੈ ਤੇ ਕਿੰਨੀ ਕੁ ਦੇਣੀ ਹੈ? ਉਹਦੇ 'ਚ ਜਨਾਬ ਪਿੱਛ ਮੈਂ ਉਹ ਉਸਤਾਦ ਕੋਲੋਂ ਵੈਸੇ ਬਣਿਆ ਬਣਾਤਾ ਉਹ ਮਸਾਲਾ ਲਿਆਣਾ। ਉਹ ਕਹਿੰਦਾ ਇਹਦੇ ਵਿੱਚ ਯਾਰ ਪਾ ਕੇ ਨਾ ਤੇ ਉਹਨੂੰ ਪਿੱਛ ਦੇ ਦੇ। ਅੱਛਾ। ਉਹ ਮੇਰੇ ਕੋਲ ਤੇ ਇਹ ਦੂਸਰੀਆਂ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਨਾ, ਇਹ ਦੇਣੇ ਵਾਲਾ ਡੰਗਰ ਜ਼ਿਆਦਾਤਰ ਉਹ ਪੌਣ ਮਾਰਦਾ ਹੀ ਨਹੀਂ। ਮੇਰੇ ਕੋਲ ਉਹ ਚੀਜ਼ ਦਾ ਬਿਮਾਰੀ ਆਈ ਨਹੀਂ। ਠੀਕ ਹੋ ਗਿਆ। ਯਾਨੀ ਪੌਣ ਤੁਹਾਡੇ ਕੋਲ ਨਹੀਂ ਆਈ। ਉਹ ਜਿਹੜੇ ਮਤਲਬ ਕੋਈ ਬੰਦੇ ਪਰੇਸ਼ਾਨ ਨੇ, ਜਿਹੜੇ ਪੁੱਛਦੇ ਨੇ ਸਵਾਲ ਕਿ ਜੀ ਇਹ ਕੀ ਸ਼ੈ ਵਗਦੀ ਹੈ ਵੀ ਸਹੀ ਪਰੇਸ਼ਾਨ ਆ, ਤੇ ਇੱਕ ਤਾਂ ਪਿੱਛ ਦਾ ਤੁਹਾਨੂੰ ਦੱਸਿਆ, ਪਿੱਛ ਦਾ ਤਰ੍ਹਾਂ ਦੱਸਿਓ ਕਿ ਉਹਨੂੰ ਕਿਸ ਤਰ੍ਹਾਂ ਪਾਉਣਾ ਪਿੱਛ ਨੂੰ? ਉਹਦੇ 'ਚ ਇਹ ਵੀ ਹੁੰਦਾ ਜਨਾਬ, ਮੱਝ ਤਾਜ਼ੀ ਸੂਈ ਹੋਏ ਨਾ, ਅਗਰ ਉਹ ਪੌਣ ਮਾਰਦੀ ਵੀ ਹੈ, ਉਹਦੀ ਪੌਣ ਬੰਦ ਨਹੀਂ ਕਰਾਉਣੀ ਚਾਹੀਦੀ। ਅੱਛਾ। ਪੌਣ ਬੰਦ ਕਰਾਈਏ ਤੇ ਦੁੱਧ ਸੁੱਕ ਜਾਂਦੀ ਹੈ। ਅੱਛਾ। ਉਹਦਾ ਬਿਹਤਰ ਇਲਾਜ ਇਹ ਹੈ, ਉਹਨੂੰ ਆਸਤਾ ਆਸਤਾ ਮਾਰ ਲੈਣ ਦਿਓ। ਉਹ 10-12 ਦਿਨ ਮਾਰੇ ਦੀ, ਉਸ ਤੋਂ ਬਾਅਦ ਉਹਦੀ ਕਟਾਈ ਇਹਦੀ ਦੁੱਧ ਸਹੀ ਦੇ ਦੀ, ਅੰਦਰੋਂ ਸਾਫ਼ ਹੋਈ ਇਹਦੀ। ਉਹ ਜਦੋਂ ਜੇ ਸਾਫ਼ ਨਾ ਹੋਏ, ਉਹ ਜ਼ਿਆਦਾਤਰ ਵਿੱਚ ਉਹ ਮੱਝਾਂ ਮਾਰਦੀਆਂ ਨੇ ਜਿਹੜੀਆਂ ਮੱਝਾਂ ਜ਼ੋਰ ਨਹੀਂ ਸੁੱਟਦੀਆਂ। ਜਿਹੜੀ ਮੱਝ ਜ਼ੋਰ ਸੁੱਟਦੀ ਹੈ ਨਾ, ਉਹ ਮੱਝ ਨਹੀਂ, ਇਹ ਨੁਕਸ ਨਹੀਂ ਉਹਨੂੰ ਹੁੰਦਾ। ਉਹ ਜ਼ੋਰ ਦੀ ਜ਼ਿਆਦਾ, ਬਹੁਤ ਜ਼ਿਆਦਾ ਹੀਟ ਹੁੰਦੀ ਹੈ ਗੱਲ। ਅੱਛਾ। ਪੌਣ ਇੱਕ ਤਾਂ ਤੁਹਾਨੂੰ ਦੱਸਿਆ, ਜਿਹੜੀ ਅਗਰ ਪਹਿਲਣ ਹੋਏ ਉਹ ਵੀ ਪੌਣ ਮਾਰੇ ਤੇ ਉਹਦਾ ਵੀ ਇਹੀ ਇਲਾਜ ਹੈ, ਪਿੱਛ ਦੇਣਾ ਉਹਨੂੰ? ਹਾਂਜੀ। ਤੇ ਪਿੱਛ ਕਿਸ ਤਰ੍ਹਾਂ ਦੇਣੀ ਹੈ? ਮੈਂ ਫਿਰ ਦੁਬਾਰਾ ਪੁੱਛਾਂਗਾ ਕਿ ਉਹਨੂੰ ਕਿਸ ਤਰ੍ਹਾਂ ਪਿੱਛ ਦੇਣੀ ਹੈ, ਯਾਨੀ ਨਾਲ 'ਚ ਪਾ ਕੇ ਉਹਦੇ ਵਿੱਚ ਕੋਈ ਮਿਕਸ ਕਰਕੇ? ਹਾਂ, ਨਾਲ 'ਚ ਪਾ ਕੇ ਦੇਣੀ ਹੈ। ਇਸ ਤਰ੍ਹਾਂ ਦੋ। ਕਿੰਨੀ ਦੇਣੀ ਹੈ?
ਮੱਝ ਤਕਰੀਬਨ ਉਹਨੂੰ ਇੱਕ ਨਾਲ ਦੇ ਦਿਓ ਅੱਧਾ ਕਿਲੋ ਦੀ। ਤੇ ਕਿੰਨੇ ਦਿਨ ਦੇਣੀ ਹੈ? ਤਕਰੀਬਨ 5-6 ਦਿਨਾਂ 'ਚ। ਜ਼ਿਆਦਾਤਰ ਘਰਾਂ 'ਚ ਫਿਰ ਉਹ ਰੋਜ਼ ਚਾਵਲ ਤੇ ਪੱਕਦੇ ਨੇ ਜੀ ਜੀ। ਤੇ ਉਹ ਹੈ ਕਿ 2 ਦਿਨ ਦੀ ਰੱਖ ਲਓ, ਫਿਰ 4-5 ਦਿਨ ਉਹਨੂੰ ਦਿਓ ਤੇ ਉਹ ਠੀਕ ਹੋ ਜਾਂਦੀ। ਤੇ ਸਵੇਰ ਦੇ ਟਾਈਮ ਦੇਣੀ ਹੈ ਜਾਂ ਪਿਛਲੇ ਟਾਈਮ? ਉਹ ਸਵੇਰ ਦੇ ਟਾਈਮ ਹੀ ਦਿਓ ਤੇ ਸਹੀ ਰਹਿੰਦੀ, ਜਿਹੜਾ ਠੰਡੀ ਹੁੰਦੀ ਹੈ। ਸਹੀ ਹੈ, ਯਾਨੀ ਪੱਠੇ ਜਦੋਂ ਛਪਾ ਕੇ ਜਾਨਵਰ ਪਿੱਛੇ ਬੰਨਾ ਹੋਵੇ ਪਿੱਛੇ ਢਾਣੀ ਉਹਦੀ ਦੇਣੀ। ਸਹੀ ਹੋ ਗਿਆ। ਅੱਛਾ ਹਕੀਮ ਸਾਹਿਬ, ਇਸ ਤੋਂ ਇਲਾਵਾ ਇੱਕ ਬੜਾ ਅਹਿਮ ਸਵਾਲ ਹੈ ਕਿ ਜਿਹੜੀ ਮੱਝ ਦੁੱਧੂ ਨਵੀਂ ਨਹੀਂ ਹੁੰਦੀ ਜਾਂ ਮੱਝ ਬਣਦੀ ਨਹੀਂ, ਖਲੋਂਦੀ ਨਹੀਂ, ਉਹਦਾ ਕੀ ਤੁਸੀਂ ਇਲਾਜ ਦੱਸੋਗੇ ਕਿ ਮੱਝ ਬਾਰ-ਬਾਰ ਖਰਾਬ ਹੋ ਜਾਂਦੀ ਹੈ, ਉਹਨੂੰ ਕੀ ਕਵਾਂਗੇ ਅਸੀਂ ਕਿ ਉਹਦਾ ਕੀ ਇਲਾਜ ਕਰੀਏ? ਕਿ ਮੱਝਾਂ ਮੇਰੀਆਂ 3 ਨਹੀਂ ਹਨ ਬਣਦੀਆਂ, ਮੈਂ ਕਬੂਤਰਾਂ ਦੀਆਂ ਬਿੱਠਾਂ ਦਿੱਤੀਆਂ ਹਨ। ਕਿਸੇ ਬੰਦੇ ਮੈਨੂੰ ਦੱਸਿਆ ਸੀ ਤੇ ਉਹ 3 ਹੀ ਮੱਝਾਂ ਬੋਲ ਪਈਆਂ। ਅੱਛਾ, ਨਿਕਲ ਵੀ ਆਈਆਂ। ਉਹ ਕਿਸ ਤਰ੍ਹਾਂ ਦਿੱਤੀਆਂ ਹਜੇ ਤੇ ਕਿੰਨੀਆਂ ਦਿੱਤੀਆਂ ਹਜੇ? ਉਹਨਾਂ ਨੂੰ ਜਿਸ ਤਰ੍ਹਾਂ ਮਰਜ਼ੀ, ਉਹ ਤੇ ਬੰਦੇ ਨੇ ਦੱਸਿਆ ਸੀ ਵੀ ਖਵਾਲੀਆਂ ਚਾਹੀਦੀਆਂ ਨੇ, ਜਿਸ ਤਰ੍ਹਾਂ ਮਰਜ਼ੀ ਖਾ ਲੈਣ। ਤੇ ਮੇਰੇ ਕੋਲ ਇੰਜ ਨਹੀਂ ਹਨ ਖਾਂਦੀ, ਉਹਦੇ 'ਚੋਂ ਬਦਬੂ ਆਉਂਦੀ ਹੈ। ਮੈਂ ਤੇ ਉਹ ਪਾਣੀ ਦੇ ਵਿੱਚ ਮਿਕਸ ਕਰਕੇ ਤੇ ਉਹ ਫਿਰ ਨਾਲ ਦੇ ਨਾਲ ਦਿੱਤੀਆਂ। ਤੇ ਉਹ ਕਿੰਨੀਆਂ ਕੁ ਦਿੱਤੀਆਂ ਹਜੇ ਉਹਨਾਂ ਨੂੰ? ਉਹ ਤਕਰੀਬਨ ਮੈਂ ਕੋਈ ਮੁੱਠ ਨਾਲ ਕੋਈ ਮਿਣੀਆਂ ਮੁਣੀਆਂ ਨਹੀਂ ਹਨ। ਸਹੀ ਹੈ। ਇੰਜ ਹੀ ਮੁੱਠ ਵਿੱਚ ਪਾਉਂਦਾ। ਤੇ ਕੀ ਕਹੋਗੇ, ਇਹਦਾ ਕੋਈ ਨੁਕਸਾਨ ਤੇ ਨਹੀਂ ਹੋਇਆ ਬਾਅਦ ਚੋਂ? ਨਹੀਂ, ਕੋਈ ਨੁਕਸਾਨ ਨਹੀਂ। ਉਹ ਗਰਮ ਹੁੰਦੀਆਂ ਨੇ ਜ਼ਰਾ, ਉਹ ਜਦੋਂ ਮੱਝ ਬਣ ਜਾਂਦੀ ਉਸ ਤੋਂ ਬਾਅਦ ਸਰੋਂ ਦਾ ਤੇਲ ਦੇ ਦਿਓ। ਅੱਛਾ। ਤੇ ਮੱਝ ਫਿਰ ਉਹ ਠੰਡੀ ਹੋ ਜਾਏਗੀ। ਠੀਕ ਹੋ ਗਿਆ। ਅੱਛਾ ਜੀ ਹਕੀਮ ਸਾਹਿਬ, ਲੋਕ ਅਕਸਰ ਸਾਨੂੰ ਪੁੱਛਦੇ ਨੇ ਕਿ ਇੱਕ ਦੁੱਧ ਵਧਾਉਣ ਦਾ ਕੋਈ ਨੁਸਖਾ ਸਾਨੂੰ ਦੱਸਿਆ ਜਾਏ ਕਿ ਜਾਨਵਰ ਦਾ ਦੁੱਧ ਕਿਸ ਤਰ੍ਹਾਂ ਵਧਾਈਏ, ਹੈ ਕੋਈ ਤੁਹਾਡਾ ਕੋਈ ਨੁਸਖਾ? ਨੁਸਖਾ ਜੀ, ਅੱਜ ਕੱਲ ਤਰੱਕੀ ਦਾ ਦੌਰ ਹੈ ਕਿ ਉਹ ਕੇਬੀ ਵੰਡਾ ਨਿਕਲਿਆ। ਕੇਬੀ ਵੰਡਾ ਸਵੇਰ ਪਾਓ ਤੇ ਸ਼ਾਮੀ ਤੁਹਾਨੂੰ ਮੱਝ ਦੱਸੇ ਦੀ ਕਿ ਵਾਕਈ ਮੈਨੂੰ ਵੰਡਾ ਕੋਈ ਪਿਆ ਦੁੱਧ ਵਧਾਉਣੇ ਦਾ। ਅੱਛਾ। ਦੁੱਧ 2 ਕਿਲੋ ਵੰਡਾ ਪਾਓ ਤੇ 1 ਕਿਲੋ ਦੁੱਧ ਮੱਝ ਵਧਾਈਏ ਇਹਦੀ। ਅੱਛਾ। ਬਾਕੀ ਇਹ ਵੇ ਕਿ ਉਹਦੇ 'ਚ ਉਹ ਪਾਉਂਦੇ ਰਹੋ ਤੇ ਦੁੱਧ ਬਹੁਤ ਜ਼ਿਆਦਾ ਦਿੰਦੀ ਹੈ, ਆਪਣਾ ਜਿਸਮ ਤੋਂ ਜ਼ਿਆਦਾ ਦੁੱਧ ਦਿੰਦੀ ਹੈ। ਬਾਕੀ ਉਹ ਮੱਝ ਨਿਕਲਦੀ ਅੱਗੋਂ ਘੱਟ, ਮੱਝ ਸੂਣ ਵਾਲੀ ਨਹੀਂ ਨਿਕਲਦੀ, ਬਣਦੀ ਨਹੀਂ, ਅਗਰ ਬਣ ਵੀ ਜਾਏ ਤੇ ਨਿਕਲਦੀ। ਯਾਨੀ ਇਹ ਕੇਬੀ ਮੁਸ਼ੱਕਲ ਦਾ ਜਿਹੜਾ ਵੀ ਉਹ ਇੱਕ ਨੁਕਸਾਨ ਵੀ ਹੈ। ਨੁਕਸਾਨ ਹੈ। ਠੀਕ ਹੋ ਗਿਆ। ਅਕਸਰ ਲੋਕ ਜਿਹੜੇ ਨੇ ਉਹ ਕੇਬੀ ਯੂਜ਼ ਕਰਦੇ ਨੇ ਦੁੱਧ ਵਾਸਤੇ, ਬਾਅਦ 'ਚ ਉਹ ਸ਼ਿਕਾਇਤ ਵੀ ਕਰਦੇ ਨੇ ਕਿ ਤੁਹਾਡੇ ਤਜਰਬੇ 'ਚ ਗੱਲ ਆ ਚੁੱਕੀ ਹੈ। ਹਾਂਜੀ। ਠੀਕ ਹੋ ਗਿਆ। ਅੱਛਾ, ਹੁਣ ਇਹ ਦੱਸੋ ਕਿ ਥਣ ਅਗਰ ਕਿਸੇ ਦਾ ਖਰਾਬ ਹੋਈ ਹੈ ਮੱਝ ਦਾ, ਇੱਕ ਬੜਾ ਅਹਿਮ ਸਵਾਲ ਹੈ ਕਿ ਨਾੜ ਆਈ ਜਾਂਦੀ ਹੈ ਥਣ 'ਚ। ਉਹ ਨਾੜ ਆਣਾ ਕੀ ਚੀਜ਼ ਹੁੰਦੀ ਹੈ, ਸਾੜੂ ਕੀ ਚੀਜ਼ ਹੁੰਦਾ ਹੈ, ਥਣ ਦਾ ਖਰਾਬੀ ਕੀ ਚੀਜ਼ ਹੁੰਦੀ ਹੈ? ਨਾੜ ਜਿਹੜੀ ਹੈ ਨਾ, ਨਾੜ ਬਹੁਤ ਭੈੜੀ ਚੀਜ਼ ਹੈ। ਇਹ ਇਸ ਤਰ੍ਹਾਂ ਦੀ ਬੁਰੀ ਚੀਜ਼ ਹੈ ਕਿ ਬਹੁਤ ਜਲਦੀ ਥਣ ਨੂੰ ਬੰਦ ਕਰ ਦਿੰਦੀ ਹੈ। ਠੀਕ ਹੈ। ਤੇ ਅਗਰ ਇਹਦਾ ਕੰਟਰੋਲ ਤੁਸੀਂ ਕਰ ਸਕਦੇ ਹੋ ਤੇ ਕੋਸ਼ਿਸ਼ ਕਰਕੇ ਉਹ ਪਨੀਰ ਡੋਡੀ ਤੇ ਠੀਕਰੀ ਸਾਜਰ, ਇਹ 2 ਚੀਜ਼ਾਂ ਇਹਦੇ ਵਿੱਚ ਨਿੰਬੂ ਮਿਲਾ ਕੇ ਤੇ ਇਹਨੂੰ ਦਵੋ। ਅੱਛਾ। ਉਹਦੇ 'ਚ ਉਹ ਨਾੜ ਨੂੰ ਕੱਟ ਕੇ ਬਾਹਰ ਸੁੱਟੇ ਦਾ ਥਣ, ਜਦੋਂ ਧਾਰ ਮਾਰੋ ਦੇ ਤੇ ਉਹ ਥਣ ਨਾੜ ਜਿਹੜੀ ਕੱਟ ਕੇ ਬਾਹਰ ਆਏ ਦੀ ਵਿੱਚ ਉਹਦਾ ਰੁਕਾਵਟ ਖਤਮ ਕਰ ਦੇ ਜੀ। ਥਣ ਇਨਸ਼ਾਅੱਲਾ ਠੀਕ ਹੋਈ ਇਹਦਾ। ਸਹੀ ਹੈ। ਤੇ ਜੇ ਤੇ ਉਹ ਥੋੜੀ ਦੇਰ ਲੱਗ ਜਾਏ ਤੇ ਉਹ ਥਣ ਨੂੰ ਖਤਮ ਕਰ ਦਿੰਦੀ। ਕੁਛ ਉਹ ਕੱਟ ਕੇ ਵੀ ਉਹਦਾ ਬਲੇਡ ਨਾਲ ਉਹ ਕਰਦੇ ਨੇ ਇਲਾਜ, ਉਹ ਬਿਹਤਰ ਹੈ ਜਾਂ ਤੁਹਾਡੀ ਨਜ਼ਰ 'ਚ ਇਹ ਬਿਹਤਰ ਹੈ? ਉਹ ਇਹ ਬਿਹਤਰ ਹੈ। ਕੱਟ ਕੇ ਤੇ ਉਹ ਡਾਕਟਰਾਂ ਦਾ ਕੰਮ ਹੈ, ਫਿਰ ਆਪਰੇਸ਼ਨ ਕਰਦੇ ਹੋਣਗੇ, ਹੋ ਸਕਦਾ ਵੀ ਉਹ ਠੀਕ ਕਰਨ। ਬਾਕੀ ਉਹਦੇ ਤੇ ਜ਼ਿਆਦਾ ਉਮੀਦ ਹੁੰਦੀ ਹੈ ਖਰਾਬ ਹੋਣ ਦੀ। ਅੱਛਾ, ਇਸ ਤੋਂ ਵੀ ਇੱਕ ਬੜਾ ਅਹਿਮ ਸਵਾਲ ਹੈ, ਅਕਸਰ ਕਿਸਾਨ ਭਰਾਵਾਂ ਨੂੰ ਮਸਲਾ ਬਣਦਾ ਹੈ, ਜਿਹੜੀ ਮੱਝ ਤਰੂਈ ਜਾਂਦੀ ਉਹਦਾ ਕੀ ਇਲਾਜ ਹੈ, ਕਿਉਂ ਤਰੁੰਦੀ ਹੈ ਔਰ ਉਹਦੀ ਕੀ ਪਿੱਛੇ ਵਜੂਹਾਤ ਹੋ ਸਕਦੀਆਂ ਨੇ, ਉਹਦਾ ਫਿਰ ਇਲਾਜ ਕਿਸ ਤਰ੍ਹਾਂ ਕਰੀਏ, ਉਹਨੂੰ ਉਹ ਦੁੱਧ ਨੂੰ ਫਿਰ ਵਾਪਸ ਕਿਸ ਤਰ੍ਹਾਂ ਲਿਆਈਏ ਉਹਦੀ ਆਪਣੀ ਆਣ 'ਤੇ? ਉਹ ਮੱਝ, ਇਹ ਮੈਂ ਇੱਕ ਤਜਰਬਾ ਕੀਤਾ ਕਿ ਜਿਹੜੀ ਮੱਝ ਤਰੁੰਦੀ ਹੈ ਉਹਨੂੰ 27 ਦਿਨਾਂ ਦੇ ਵਿੱਚ ਅੰਦਰ 27-20 ਦਿਨ, 20 ਦਿਨਾਂ ਤੋਂ ਬਾਹਰ ਉਹਨੂੰ ਨਹੀਂ ਵੀ ਬੋਲੀ, ਉਹਨੂੰ ਜਿਹੜਾ ਤੁਸੀਂ ਟੀਕਾ ਰਹਾ ਦਿਓ ਜਾਂ ਸੰਡੇ ਕੋਲ ਲਾਈਓ, ਮੱਝ ਨੂੰ ਕਰਾ ਦਿਓ, ਮੱਝ ਨਿਕਲ ਆਏਗੀ। ਫਿਰ ਨਿਕਲ ਆਏਗੀ, ਦੁੱਧ ਨਹੀਂ ਉਹ ਵਧਾਉਂਦੀਆਂ, ਜਿਹੜੀਆਂ ਨਹੀਂ ਵਧਾਉਂਦੀਆਂ ਉਹ ਨਹੀਂ ਵਧਾਉਂਦੀਆਂ। ਅੱਛਾ। ਇੱਕ 7ਵੇਂ ਮਹੀਨੇ 'ਚ ਮੱਝ ਜਾ ਕੇ ਤਰੂਏ, ਉਹ ਮੱਝ ਕਈ ਤਾਜ਼ੀ ਮੱਝ ਹੋ ਜਾਂਦੀ, ਉਹ ਦੁੱਧ ਸਹੀ ਦੇਣ ਲੱਗ ਪੈਂਦੀ। ਅੱਛਾ। ਅਜੇ 8ਵੇਂ ਮਹੀਨੇ 'ਚ ਜਾ ਕੇ ਮੱਝ ਜਿਹੜੀ ਤਰੁੰਦੀ ਹੈ ਉਹ ਦੁੱਧ ਨਹੀਂ ਦਿੰਦੀ ਹੈ। ਮੇਰਾ ਤਜਰਬਾ। ਯਾਨੀ 7ਵੇਂ ਮਹੀਨੇ ਵਿੱਚ ਅਗਰ ਤਰੂਏਗੀ ਹਾਂ ਤੇ ਫਿਰ ਦੁੱਧ ਨੂੰ ਨਹੀਂ ਜਾਏਗੀ। ਜੇ 8ਵਾਂ ਮਹੀਨਾ ਹੋ ਗਿਆ ਤਾਂ ਫਿਰ ਦੁੱਧ ਵੀ ਨਾਲ ਲਾਈਏਗੀ, ਜਾ ਵੀ ਲਾਈਏਗੀ। ਹਾਂਜੀ। ਲੇਕਿਨ ਅਗਰ ਤਰੂ ਗਈ ਹੈ ਤੇ ਮਹੀਨੇ ਦੇ ਵਿੱਚ ਤੁਸੀਂ ਅਗਰ ਉਹਨੂੰ 20 ਦਿਨਾਂ ਤੋਂ ਬਾਅਦ ਟੀਕਾ ਰਹਾ ਹਟਦੇ ਹੋ, ਇਨਸੈਮੀਨੇਸ਼ਨ ਕਰਾ ਹਟਦੇ ਹੋ ਜਾਂ ਉਹਦੇ ਕੋਲ ਸੰਡੇ ਕੋਲ ਆਈ ਜਾਂਦੇ ਤਾਂ ਮੱਝ ਠੀਕ ਰਹੇਗੀ? ਨਹੀਂ, ਉਹਨੂੰ ਜਿਹੜਾ ਇਹਨਾਂ ਨੇ ਉਹਨੂੰ ਟੀਕਾ ਨਹੀਂ, ਜਿਹੜੀਆਂ ਮੱਝਾਂ 2-3 ਮਹੀਨਿਆਂ 'ਚ ਜਾ ਕੇ ਉਹ ਮਾਦਾ ਜੇ ਛੁੱਟਦੀਆਂ ਨੇ, ਹਾਂਜੀ ਹਾਂਜੀ, ਉਹਨਾਂ ਨੂੰ ਕਰਾਇਆ ਜਾਂਦਾ। ਸਹੀ ਹੈ। ਅਗਰ ਅੱਜ ਤਰੂ ਗਈ ਹੈ ਤੇ ਮਹੀਨੇ ਤੱਕ ਫਿਰ ਕੀ ਕਰੀਏ? ਮਹੀਨੇ ਤੱਕ ਕਿਸ ਤਰ੍ਹਾਂ ਉਹਨੂੰ ਉਹਦੇ ਤੁੱਲ ਤੇ ਲਾਈਏ? ਉਹ ਤੁੱਲ ਤੇ ਨਹੀਂ ਆਉਂਦੀ, ਉਹਨੂੰ ਇਹੋ ਹੀ ਆਪਣੇ ਸੰਡੇ ਕੋਲ ਲੈ ਜਾਣਾ, ਉਹ ਅੱਗੋਂ ਵਾਸਤੇ ਉਮੀਦ ਫਿਰ ਬਣ ਜਾਂਦੀ। ਸਹੀ ਹੈ। ਔਰ ਅਗਰ 3 ਮਹੀਨਿਆਂ ਦੀ ਜਾਂ 4 ਮਹੀਨਿਆਂ ਦੀ ਤਰੂਈ ਹੈ ਹਾਂਜੀ ਤੇ ਫਿਰ ਵੀ ਉਹਦਾ ਟੀਕਾ ਰਹਾ ਲਈਏ ਤਾਂ ਕੰਮ ਚੱਲ ਜਾਂਦਾ? ਹਾਂ, ਚੱਲ ਜਾਂਦਾ। ਸਹੀ ਹੋ ਗਿਆ। ਅੱਛਾ, ਇੱਕ ਆਮ ਜਿਹਾ ਜਿਹੜਾ ਨਾ ਉਹ ਇੱਕ ਸਵਾਲ ਹੈ ਕਿ ਅਕਸਰ ਡੰਗਰ ਜਿਹੜੇ ਨੇ ਉਹ ਤੂੜੀ ਖਾਂਦੇ ਨੇ, ਪਰਾਲੀ ਖਾਂਦੇ ਨੇ। ਪਰਾਲੀ ਬਾਜ਼ਗਾਹ ਤੋਂ ਹੁੰਦੀ ਹੈ, ਉਹਨੂੰ ਲੱਗੀ ਹੁੰਦੀ ਹੈ ਉੱਲੀ ਜਿਹੀ। ਪਰਾਲੀ ਬਹੁਤ ਬੁਰੀ ਚੀਜ਼ ਹੈ। ਅੱਛਾ। ਪਰਾਲੀ ਨੂੰ ਤੇ ਜਿਹੜਾ ਨਾ ਅਸੀਂ ਪੇਟ ਭਰਨ ਲਈ ਦੇ ਪਾ ਦਿੰਦੇ ਹਾਂ। ਬਾਕੀ ਪਰਾਲੀ ਡੰਗਰ ਨੂੰ ਜ਼ਹਿਰ ਵੀ ਪਰਾਲੀ ਕਰਦੀ ਹੈ, ਥਣ ਵੀ ਪਰਾਲੀ ਮਾਰਦੀ ਹੈ। ਪਰਾਲੀ ਬਹੁਤ ਬਿਮਾਰੀ ਹੈ। ਅੱਛਾ। ਤੂੜੀ ਬਹੁਤ ਅੱਛੀ ਚੀਜ਼ ਹੈ।
ਪਰਾਲੀ ਪਾਈਏ ਹੀ ਨਾ। ਹਾਂ, ਜਿਹੜੇ ਡੰਗਰ ਨੂੰ ਤੂੜੀ ਖਾਂਦਾ ਉਸ ਡੰਗਰ ਦੇ ਨੇੜੇ ਐਵੇਂ ਬਿਮਾਰੀ ਨਹੀਂ ਆ। ਠੀਕ ਹੋ ਗਿਆ। ਅੱਛਾ, ਪਰਾਲੀ ਦਾ ਤੁਸੀਂ ਦੱਸਿਆ ਕਿ ਅਗਰ ਕਿਸੇ ਕੋਲ ਕੋਈ ਆਪਸ਼ਨ ਨਹੀਂ, ਪਰਾਲੀ ਹੀ ਬਚੀ ਹੈ, ਤੇ ਉਹ ਕਿਸ ਤਰ੍ਹਾਂ ਫਿਰ ਉਹਨੂੰ ਬਿਹਤਰ ਤਰੀਕੇ ਨਾਲ ਪਾਏ? ਉਹ ਫਿਰ ਇਹੀ ਬਿਹਤਰ ਤਰੀਕਾ ਹੈ ਕਿ ਇਹ ਜਿਹੜੇ ਮੈਂ ਮਸਾਲੇ ਦੱਸੇ ਨੇ ਨਾ, ਹਾਂਜੀ ਇਹ ਨਾਲ ਦਿੰਦੇ ਰਹੋ ਤੇ ਉਹ ਇਹ ਵੇ ਕਿ ਜ਼ਹਿਰ ਤੇ ਰੁਕਾਵਟ ਰੱਖਦਾ ਹੈ। ਉਹ ਜ਼ਹਿਰ ਹੁੰਦਾ ਇੱਕ ਪਰਾਲੀ, ਸਹੀ ਹੈ, ਜ਼ਹਿਰ ਨਾਲ ਥਣ ਖਰਾਬ ਹੁੰਦਾ। ਬਿਲਕੁਲ। ਕੁਛ ਜਿਹੜੇ ਜਾਨਵਰ ਨੇ ਉਹ ਪਰਾਲੀ ਖਾ ਕੇ ਉਹਨਾਂ ਦੇ ਪੇਟ 'ਚ ਕੀੜੇ ਜਿਹੇ ਬਣ ਜਾਂਦੇ ਨੇ, ਇਹਨੂੰ ਕਿਰਮ ਕਹਿੰਦੇ ਆ। ਹਾਂਜੀ, ਉਹਨੂੰ ਕੋੜ ਕਹਿੰਦੇ ਨੇ, ਫਿਰ ਉਹ ਬਾਅਦ ਚ ਕੋੜ ਹੋ ਜਾਂਦਾ। ਹਾਂਜੀ, ਕੋੜ ਜਿਹੜਾ ਵੀ ਉਹ ਮਾਸ ਕੇ ਉਹਨਾਂ ਦਾ ਕਿਰਨ ਲੱਗ ਪੈਂਦਾ ਹੈ, ਹੱਡੀਆਂ ਤੋਂ ਵੀ, ਹਾਂਜੀ ਖੁਰਾਂ ਤੋਂ ਵੀ। ਹਾਂਜੀ, ਤੇ ਉਹਦਾ ਫਿਰ ਕੀ ਇਲਾਜ ਕਰੀਏ? ਕੀੜਿਆਂ ਦਾ ਤੇ ਕੋੜ ਦਾ ਇਕੱਠਾ ਦੱਸਣਾ ਜੇ। ਇੱਕ ਤਾਂ ਕਿਰਮ ਹੈ ਨਾ, ਹਾਂਜੀ। ਇੱਕ ਜਿਹੜਾ ਕੋੜ ਹੈ। ਇਹ ਹੀ ਹੈ ਉਹਦਾ ਜਨਾਬ ਕਿ ਪਹਿਲੇ ਹੱਥ ਤੇ ਉਹ ਜਿਹੜੀ ਦਵਾਈ ਹੈ ਨਾ ਉਹਦੀ ਕੀੜਿਆਂ ਵਾਲੀ, ਉਹਨੂੰ ਕੀ ਕਹਿੰਦੇ ਨੇ? ਨਿਲਜੈਨ। ਨਿਲਜੈਨ। ਹੂੰ ਉਹ ਉਹਨੂੰ 2-3 ਦਫਾ ਦਵੋ, 15-15 ਦਿਨ ਦੀ ਵੇਸੀ। ਹੂੰ ਅਗਰ ਉਹ ਕੰਟਰੋਲ ਕਰ ਗਈ ਹੈ, ਸਹੀ ਕਰ ਛੜਿਆ ਉਹਨੂੰ, ਠੀਕ ਹੈ, ਬਿਹਤਰ ਹੋਵੇ। ਨਹੀਂ ਤੇ ਉਹ ਟੀਕਾ ਇੱਕ ਡਾਕਟਰ ਕੋਲ ਫਿਰ ਲਾਲ ਜਿਹੇ ਰੰਗ ਦਾ, ਅੱਛਾ, ਉਹ ਟੀਕਾ ਲਵਾਓ ਤੇ ਫਿਰ ਬਿਲਕੁਲ ਉਹਦਾ ਨਹੀਂ ਕੋਈ ਨਾਂ ਯਾਦ? ਉਹਦਾ ਨਹੀਂ ਜੇ ਨਾਂ ਯਾਦ। ਅੱਛਾ, ਡਾਕਟਰ ਨੂੰ ਨਾਲ ਵੀ ਮਸ਼ਵਰਾ ਕੀਤਾ ਸੀ ਤੇ ਉਹਨੇ ਆਖਿਆ ਕੋਈ ਗੱਲ ਨਹੀਂ। ਮੈਂ ਇਸ ਚੀਜ਼ ਨੂੰ 2 ਮੱਝਾਂ ਠੀਕ ਕੀਤੀਆਂ। ਅੱਛਾ, ਸਹੀ ਹੋ ਗਿਆ। ਅਗਰ ਕੋਈ ਬੰਦਾ ਤੁਹਾਡੇ ਕੋਲ ਇਲਾਜ ਪੁੱਛਣਾ ਚਾਹੇ, ਤੁਹਾਨੂੰ ਗੱਲਬਾਤ ਤੁਹਾਡੇ ਨਾਲ ਕਰਨਾ ਚਾਹੇ, ਤੇ ਤੁਸੀਂ ਆਪਣਾ ਨੰਬਰ ਦੇ ਸਕਦੇ ਹੋ। ਹਾਂ ਬਿਲਕੁਲ, ਬੋਲੋ ਜੀ ਨੰਬਰ। ਨੰਬਰ 0301 0301 6642 312 6642 312। ਬਹੁਤ ਸ਼ੁਕਰੀਆ ਹਕੀਮ ਸਾਹਿਬ।